ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਕਮੇਟੀ ਦੇ ਸਾਹਮਣੇ ਜਾਣਾ ਹੀ ਨਹੀਂ, ਤੇ ਫਿਰ ਕਮੇਟੀ ਦਾ ਕੋਈ ਮਤਲਬ ਨਹੀਂ ਸੀ ਰਹਿ ਜਾਂਦਾ। ਖਿਮਾ ਦਾ ਜਾਚਕ ਹਾਂ ਕਿ ਮੈਂ ਇਸ ਕਮੇਟੀ 'ਚ ਨਹੀਂ ਰਹਿ ਸਕਦਾ। ਉਹਨਾਂ ਦੇ ਸੈਂਟੀਮੈਂਟਸ ਨੂੰ ਕਿਸੇ ਤਰੀਕੇ ਨਾਲ ਵੀ ਆਨਰ ਕਰਨ ਵਾਲੀ ਗੱਲ ਹੈ। ਮੈਂ ਉਹਦੇ 'ਚ ਕਮੈਂਟ ਕਰਾਂ ਠੀਕ ਨਹੀਂ, ਉਹ ਕਰ ਰਹੇ ਨੇ ਕਮੈਂਟ, ਉਹ ਠੀਕ ਹੈ। ਇਸ ਵੇਲੇ ਇਸ਼ੂ ਹੋ ਗਿਆ ਭਾਵਨਾਵਾਂ ਦਾ। ਮੈਂ ਉਹਨਾਂ ਦੇ ਵਿੱਚ ਆ ਕੇ ਤੇ ਇਹ ਸਾਰਾ ਕੀਤਾ। ਤੁਹਾਡੇ ਬਾਰੇ ਵੀ ਕਿਹਾ ਗਿਆ ਕਿ ਉਹਨਾਂ ਨੇ ਇਹਨਾਂ ਬਿੱਲਾਂ ਦੇ ਸਮਰਥਨ 'ਚ ਬਿਆਨ ਦਿੱਤੇ ਸੀ। ਨਹੀਂ, ਇਹ ਦੇਖੋ, ਮੈਂ ਕੋਈ ਇੱਦਾਂ ਨਿਰਾਸ਼ਾ ਵਾਲੀ ਗੱਲ ਨਹੀਂ। ਹਰ ਇੱਕ ਦਾ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਹਰ ਇੱਕ ਆਪਣੇ ਮਨ ਦੇ ਹਿਸਾਬ ਨਾਲ ਆਪਣੀ ਉਹ ਗੱਲ ਕਹਿ ਸਕਦਾ। ਜਿੱਦਾਂ ਜਿੱਦਾਂ ਜਿਹਨੂੰ ਲੱਗਾ ਉਹਨੇ ਆਖਿਆ, ਕੋਈ ਇਤਰਾਜ਼ ਨਹੀਂ। ਲੇਕਿਨ ਇਹ ਹੈ ਕਿ ਜਿਹੜੇ ਬਿੱਲਾਂ ਦੇ ਹੱਕ ਜਾਂ ਵਿਰੋਧ ਦਾ ਇਸ ਵੇਲੇ ਇਸ਼ੂ ਨਹੀਂ ਰਹਿ ਗਿਆ ਹੋਇਆ। ਇਸ ਵੇਲੇ ਇਸ਼ੂ ਹੋ ਗਿਆ ਭਾਵਨਾਵਾਂ ਦਾ। ਮੈਂ ਉਹਨਾਂ ਦੇ ਵਿੱਚ ਆ ਕੇ ਤੇ ਇਹ ਸਾਰਾ ਕੀਤਾ। ਆਪਣੀਆਂ ਭਾਵਨਾਵਾਂ, ਜਿਹੜੇ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੀਆਂ ਭਾਵਨਾਵਾਂ, ਤੇ ਕਿਸਾਨ ਪਰਿਵਾਰ ਦੀਆਂ ਭਾਵਨਾਵਾਂ ਵੱਡੇ ਸਕੇਲ ਦੇ ਉੱਤੇ ਵੇਖਦਿਆਂ ਹੋਇਆਂ ਮੈਂ ਸਮਝਿਆ ਵੀ ਇਹਦੇ 'ਤੇ ਰਹਿਣਾ ਠੀਕ ਨਹੀਂ। ਦੂਸਰਾ, ਜਦੋਂ ਜਿਹੜੇ ਜਦੋਜਹਿਦ ਕਰ ਰਹੇ ਨੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਕਮੇਟੀ ਦੇ ਸਾਹਮਣੇ ਜਾਣਾ ਹੀ ਨਹੀਂ, ਤੇ ਫਿਰ ਕਮੇਟੀ ਦਾ ਕੋਈ ਮਤਲਬ ਨਹੀਂ ਸੀ ਰਹਿ ਜਾਂਦਾ। ਕਮੇਟੀ ਬਣੀ ਇਸ ਕਰਕੇ ਸੀ, ਜਿਹੜੀ ਆਨਰੇਬਲ ਸੁਪਰੀਮ ਕੋਰਟ ਨੇ ਬਣਾਈ, ਉਹ ਇਸ ਕਰਕੇ ਸੀ ਕਿ ਇਹ ਫਾਰਮਰਸ ਦੀਆਂ ਜਦੋਜਹਿਦ ਕਰ ਰਿਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਜਾਂ ਜੋ ਵੀ ਹੈ ਉਹ ਸੁਪਰੀਮ ਕੋਰਟ ਨੂੰ ਰਿਪੋਰਟ ਦੇਣ। ਲੇਕਿਨ ਜਦੋਂ ਉਹਨਾਂ ਕਮੇਟੀ ਕੋਲ ਜਾਣਾ ਹੀ ਨਹੀਂ, ਤੇ ਫਿਰ ਮੈਂ ਸਮਝਿਆ ਵੀ ਇਹ ਤਾਂ ਕੋਈ ਠੀਕ ਨਹੀਂ, ਕਮੇਟੀ ਦਾ ਤੇ ਪਰਪਸ ਹੀ ਖਤਮ ਹੋ ਗਿਆ। ਇਸ ਕਰਕੇ ਮੈਂ ਉਹਦੇ ਤੋਂ ਆਪਣੇ ਆਪ ਨੂੰ ਵਾਪਸ ਕਰ ਲਿਆ। 14 ਤਰੀਕ 12 ਵਜੇ ਮੇਰੇ ਕੋਲ ਓਫੀਸ਼ੀਅਲ ਇਹ ਆ ਗਿਆ ਸੁਪਰੀਮ ਕੋਰਟ ਵੱਲੋਂ ਕਿ ਤੁਹਾਨੂੰ ਇਹਦਾ ਕੀਤਾ ਹੋਇਆ, ਨੋਮੀਨੇਟ ਕੀਤਾ, ਤੁਹਾਡੇ ਤੇ ਜ਼ਿੰਮੇਵਾਰੀ ਹੈ। ਜਦੋਂ ਮੇਰੇ ਕੋਲ ਆ ਗਿਆ, ਕਿਉਂਕਿ ਮੈਂ ਉਸ ਤੋਂ ਪਹਿਲਾਂ ਇਹ ਵੇਖ ਲਿਆ ਹੋਇਆ ਸੀ ਕਿ ਇਹਦਾ ਫਾਇਦਾ ਕੋਈ ਨਹੀਂ। ਕਮੇਟੀ ਦੇ ਸਾਹਮਣੇ ਜਦੋਂ ਜਾਣਾ ਨਹੀਂ ਤੇ ਕਮੇਟੀ ਦਾ ਤੇ ਪਰਪਸ ਡਿਫੀਟ ਹੋ ਜਾਂਦਾ ਨਾ। ਤੇ ਇਸ ਕਰਕੇ ਮੈਂ ਇਹ ਸਮਝਿਆ ਜਦੋਂ ਮੇਰੇ ਕੋਲ ਆ ਗਿਆ ਓਫੀਸ਼ਲੀ ਵੀ ਮੈਂ ਹਾਂ ਕਮੇਟੀ ਵਿੱਚ, ਮੈਂ ਇਹ ਸਮਝ ਕੇ ਕਿ ਮੇਰਾ ਨੈਤਿਕ ਫਰਜ਼ ਬਣਦਾ ਕਿ ਆਨਰੇਬਲ ਸੁਪਰੀਮ ਕੋਰਟ ਨੇ, ਆਨਰੇਬਲ ਚੀਫ ਜਸਟਿਸ ਆਫ ਇੰਡੀਆ ਨੇ ਮੇਰੇ 'ਤੇ ਵਿਸ਼ਵਾਸ ਤੇ ਮੇਰੇ 'ਤੇ ਜ਼ਿੰਮੇਵਾਰੀ ਪਾਈ ਹੈ ਕਿ ਮੈਂ ਇਹਦੇ ਕੁਝ ਕਰਾਂ। ਅਤੇ ਜਦੋਂ ਮੈਂ ਇਹਦੇ 'ਚ ਰਹਿਣ ਦਾ ਪਰਪਸ ਕੋਈ ਨਹੀਂ, ਅਤੇ ਮੈਂ ਕਮ ਸੇ ਕਮ ਉਹਨਾਂ ਦੇ ਨਾਲ ਗੱਲ ਇੱਕ ਵਾਰੀ ਜ਼ਰੂਰ ਕਰਨੀ ਚਾਹਾਂਗਾ ਨੈਤਿਕ ਫਰਜ਼ ਦੇ ਤੌਰ 'ਤੇ। ਮੈਂ ਕੋਸ਼ਿਸ਼ ਕੀਤੀ, ਥੋੜ੍ਹਾ ਚਿਰ ਲੱਗਾ, ਅਲਟੀਮੇਟਲੀ ਮੈਂ ਕਾਮਯਾਬ ਹੋ ਗਿਆ। ਮੈਂ ਉਹਨਾਂ ਨਾਲ ਗੱਲ ਕਰਨ ਵਿੱਚ ਕਾਮਯਾਬ ਹੋ ਗਿਆ, ਚੀਫ ਜਸਟਿਸ ਆਫ ਇੰਡੀਆ ਦੇ ਨਾਲ। ਉਹਨਾਂ ਨੂੰ ਮੈਂ ਆਪਣੀ ਪੋਜੀਸ਼ਨ ਦੱਸੀ ਕਿ ਜੀ ਇੱਦਾਂ ਦੀ ਗੱਲ ਹੈ, ਜਦੋਂ ਹੋਣਾ ਨਹੀਂ ਤਾਂ ਉਹਦਾ ਫਾਇਦਾ ਕੀ। ਇਸ ਕਰਕੇ ਮੈਂ ਖਿਮਾ ਦਾ ਜਾਚਕ ਹਾਂ ਕਿ ਮੈਂ ਇਸ ਕਮੇਟੀ 'ਚ ਨਹੀਂ ਰਹਿ ਸਕਦਾ। ਮੈਨੂੰ ਇਹ ਲੱਗਦਾ ਸੀ ਕਿ ਮੇਰੇ ਆਪਣੇ ਨੇ, ਜੇ ਗੱਲਬਾਤ ਕਰੀਏ ਤਾਂ ਅਸੀਂ ਕੌਨਫੀਡੈਂਸ ਨਾਲ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ। ਅਤੇ ਉਹ ਜਿਹੜੀ ਸੁਪਰੀਮ ਕੋਰਟ ਨੂੰ ਜਾਂ ਕਮੇਟੀ ਵਿੱਚ ਜੋ ਅਸੀਂ ਆਪਣੇ ਵਿਚਾਰ ਰੱਖਣੇ ਨੇ ਉਹ ਕਰ ਸਕਦੇ ਹਾਂ, ਰੱਖ ਸਕਦੇ ਹਾਂ। ਲੇਕਿਨ ਜਿਨ੍ਹਾਂ ਨਾਲ ਡਾਇਲਾਗ ਕਰਕੇ ਕਰਨਾ ਸੀ ਉਹਨਾਂ ਨੂੰ ਇਹ ਜਦੋਂ ਚੰਗਾ ਨਹੀਂ ਸੀ ਲੱਗਦਾ। ਫੈਸਲੇ ਤਾਂ ਹੋਣੇ ਹੀ ਨੇ, ਲੇਕਿਨ ਸਾਰਿਆਂ ਦੀ ਸ਼ਮੂਲੀਅਤ ਕਰਕੇ, ਅਤੇ ਜਿਹੜੀ ਉੱਥੇ ਦੀ ਕਿਸਾਨ ਲੀਡਰਸ਼ਿਪ ਹੈ ਉਹ ਚੰਗੀ ਹੈ, ਸੁਲਝੀ ਹੋਈ ਹੈ, ਸਿਆਣੀ ਹੈ, ਤਜਰਬੇਕਾਰ ਹੈ। ਉਹ ਮੈਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਸਟ੍ਰੈਟਜੀ ਹੈ ਉਹਦੇ ਹਿਸਾਬ ਨਾਲ ਉਹ ਚੱਲ ਰਹੇ ਹੋਣਗੇ, ਅਤੇ ਉਮੀਦ ਕਰਦੇ ਹਾਂ ਕਿ ਠੀਕ ਹੋਏਗਾ। ਅਤੇ ਇਹ ਜਿਹੜੇ ਬਿਲਜ਼ ਨੇ ਇਹਨਾਂ ਬਾਰੇ ਹੁਣ ਤੁਹਾਡੀ ਰਾਏ ਕੀ ਹੈ, ਤਿੰਨਾਂ ਨਵੇਂ ਖੇਤੀ ਬਿੱਲਾਂ ਬਾਰੇ, ਕਾਨੂੰਨਾਂ ਬਾਰੇ? ਇਸ ਤਰ੍ਹਾਂ ਕਿ ਇਸ ਵੇਲੇ ਜਿਹੜੀ ਐਜੀਟੇਸ਼ਨ ਚੱਲਦੀ ਪਈ ਹੈ ਉਹਦੇ 'ਚ ਉਸ ਐਜੀਟੇਸ਼ਨ ਦੇ ਸੰਬੰਧ ਵਿੱਚ ਇਹਨਾਂ ਬਾਰੇ ਕੋਈ ਵੀ ਕਮੈਂਟ ਕਰਨਾ, ਮੈਂ ਸਮਝਦਾ
ਕਿ ਇਹ ਬੜਾ ਡੈਲੀਕੇਟਲੀ ਹੈਂਡਲ ਕਰਨ ਵਾਲੀ ਗੱਲ ਹੈ। ਅਤੇ ਉਹ ਜੋ ਕਰ ਰਹੇ ਨੇ ਜਿਹੜੇ ਉੱਥੇ ਐਜੀਟੇਸ਼ਨ 'ਚ ਨੇ, ਉਹਨਾਂ ਦੇ ਸੈਂਟੀਮੈਂਟਸ ਨੂੰ ਕਿਸੇ ਤਰੀਕੇ ਨਾਲ ਵੀ ਆਨਰ ਕਰਨ ਵਾਲੀ ਗੱਲ ਹੈ। ਮੈਂ ਉਹਦੇ 'ਚ ਕਮੈਂਟ ਕਰਾਂ ਠੀਕ ਨਹੀਂ, ਉਹ ਕਰ ਰਹੇ ਨੇ ਕਮੈਂਟ, ਉਹ ਠੀਕ ਹੈ। ਸਰਦਾਰਾ ਸਿੰਘ ਜੌਹਲ, ਉਹਨਾਂ ਦੀ ਪ੍ਰਧਾਨਗੀ ਥੱਲੇ ਇੱਕ ਕਮੇਟੀ ਬਣੀ ਜਿਹਨੇ ਫਾਈਂਡਿੰਗਸ ਉਸ ਤੋਂ ਬਾਅਦ ਦਿੱਤੀਆਂ ਕਿ ਕਿਸਾਨਾਂ ਦੀ ਬੜੀ ਦੇਰ ਤੋਂ ਇਕਨੋਮਿਕ ਸਕਵੀਜ਼ ਕੀਤੀ ਜਾ ਰਹੀ ਹੈ, ਔਰ ਇਹ ਸਕਵੀਜ਼ ਜਿਹੜੀ ਹੈ ਉਹਦੀ ਉਹਨਾਂ ਨੇ ਕੁਆਂਟਮ ਵੀ ਦੱਸਿਆ ਕਿੰਨੀ ਕੀਤੀ ਜਾ ਰਹੀ ਹੈ, ਸਾਰਾ ਕੁਝ ਡਿਟੇਲ ਸੀ ਭਈ ਇਹ ਬੰਦ ਹੋਣੀ ਚਾਹੀਦੀ ਹੈ। ਇਹ 84 ਦੀ ਹੈ। ਉਸ ਤੋਂ ਬਾਅਦ 96 ਵਿੱਚ 90 to 96 ਮੈਂ ਆਈ ਵਾਜ਼ ਨੋਮੀਨੇਟਡ ਟੂ ਰਾਜ ਸਭਾ। ਉਹਨਾਂ ਦਿਨਾਂ ਵਿੱਚ ਮੈਂ ਜੋ ਕੁਝ ਗਵਰਨਮੈਂਟ ਦੇ ਓਫੀਸ਼ੀਅਲ ਰਿਕਾਰਡਸ ਡਿਗ ਆਊਟ ਕਰ ਸਕਿਆ, ਉਹਦੇ 'ਚੋਂ ਇਹ ਗੱਲ ਸਾਹਮਣੇ ਆਈ ਕਿ ਇੰਡੀਅਨ ਫਾਰਮਰਸ ਆਰ not beneficiaries of positive subsidies. They are victims of very high negative measurement of support. और वो जिहड़ी negative support सी, that amounts to tax. ਉਹ ਸੀ ਉਸ ਵੇਲੇ ਦੀ 24,000 ਕੁਝ ਕਰੋੜ। ਇਹਦਾ ਮਤਲਬ ਇਹ ਹੈ ਕਿ ਇੰਡੀਅਨ ਫਾਰਮਰਸ ਉਦੋਂ ਵੀ ਨੈਟ ਬਹੁਤ ਵੱਡੇ ਟੈਕਸ ਸੀ। ਉਸ ਤੋਂ ਅੱਗੇ ਆ ਗਈ ਗੱਲ 95, ਜਿਹਦੇ 'ਚ ਸ਼ਰਦ ਜੋਸ਼ੀ ਦੀ ਇੱਕ ਕਮੇਟੀ ਬਣੀ। ਉਸੇ ਗੱਲ ਨੂੰ ਉਸੇ ਬੇਸ ਤੋਂ ਅੱਗੇ ਚੱਲਦਿਆਂ ਉਸ ਕਮੇਟੀ ਨੇ ਆਖਿਆ ਕਿ ਹਿੰਦੁਸਤਾਨ ਦੇ ਕਿਸਾਨਾਂ ਦੇ ਉੱਤੇ 3 ਲੱਖ ਕਰੋੜ ਰੁਪਇਆ ਇਹਨਾਂ ਕੋਲੋਂ ਹਰ ਸਾਲ ਟੈਕਸ ਹੁੰਦਾ, ਮਤਲਬ ਨੈਗੇਟਿਵ ਮੈਜ਼ਰਮੈਂਟ ਆਫ ਸਪੋਰਟ ਹੈ। ਉਸ ਤੋਂ ਅੱਗੇ ਫਿਰ ਅੱਗੇ ਗੱਲ ਵਧੀ, ਉਹ ਵੱਧ ਕੇ ਹੁਣ ਥੋੜ੍ਹੇ ਪਿੱਛੇ ਜਿਹੇ ICAR ਅਤੇ ਹੋਰ ਦੂਜੀ ਕਿਹੜੀ ਹੈਗੀ ਇੱਕ ਆਰਗੇਨਾਈਜੇਸ਼ਨ, ਉਹਨਾਂ ਨੇ ਇੱਕ ਕੀਤਾ ਕਿ 3.5 ਤੋਂ 4.5 ਲੱਖ ਇੰਨੇ ਕਰੋੜ ਇਹ ਕਿਸਾਨਾਂ ਦੇ ਉੱਤੇ ਟੈਕਸ ਹੈ ਹਰ ਸਾਲ ਦਾ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਹ ਟੈਕਸ ਹੈ ਉਹ ਇੰਨਾ ਵੱਡਾ ਹੈ। ਜੇ ਤੁਸੀਂ ਸ਼ਰਦ ਜੋਸ਼ੀ ਕਮੇਟੀ ਦੀ ਪਰਸੈਂਟੇਜ ਵਾਈਜ਼ ਵੇਖੋ ਤੇ ਉਸ ਕਮੇਟੀ ਵਿੱਚ ਹੈ that Indian farmers are subjected to negative subsidy, negative measurement of support, which amounts to 72% of agriculture production. ਤੁਸੀਂ ਹੈਰਾਨ ਹੋਵੋਗੇ, ਐਗਰੀਕਲਚਰ ਪ੍ਰੋਡਕਸ਼ਨ ਦਾ 72% ਉਹ ਟੈਕਸ 'ਤੇ ਜਾ ਰਿਹਾ। ਲੇਕਿਨ ਇਹ ਅੰਕੜਿਆਂ ਦੀ ਟਰੈਚਰੀ ਹੈ ਉਹਦੇ 'ਚ, ਅਤੇ ਇਸ ਕਰਕੇ ਕਿਸਾਨਾਂ ਦੇ ਉੱਤੇ ਹੈ ਤਾਂ ਸਹੀ ਹੈ ਨਾ, ਇਹ ਜਿਹੜਾ ਹੌਲੀ ਹੌਲੀ ਵੱਧਦਿਆਂ ਗਰੋਥ 'ਤੇ ਵੱਧਦਾ ਹੀ ਹੈ ਨਾ ਸਿਸਟਮ ਦੇ ਉੱਤੇ, ਇਹਨੂੰ ਠੀਕ ਕਰਨਾ ਚਾਹੀਦਾ। ਡਾਇਵਰਸੀਫਿਕੇਸ਼ਨ ਹੈ ਕਿ ਖੇਤੀ ਤੋਂ ਅਸੀਂ ਹੋਰ ਧੰਦਿਆਂ 'ਚ ਕਰੀਏ ਕੁਝ, ਉਹ ਤਾਂ ਡਾਇਵਰਸੀਫਿਕੇਸ਼ਨ ਹੋਈ। ਉਹ ਧੰਦਿਆਂ 'ਚ ਕਰਨ ਲਈ ਖੇਤੀ ਵਿੱਚ ਬੱਚਤ ਚਾਹੀਦੀ ਹੈ। ਜਿੰਨਾ ਚਿਰ ਖੇਤੀ ਵਿੱਚ ਬੱਚਤ ਨਹੀਂ ਆਉਂਦੀ ਉਹਨਾਂ ਚਿਰ ਖੇਤੀ ਕਰਨ ਵਾਲਾ ਅੱਗੇ ਕੁਝ ਹੋਰ ਧੰਦਾ ਕਰ ਨਹੀਂ ਸਕਦਾ, ਆਪਣੇ ਬੱਚਿਆਂ ਨੂੰ ਹੋਰ ਚੰਗੇ ਧੰਦੇ ਵਿੱਚ, ਚੰਗੀ ਐਜੂਕੇਸ਼ਨ ਵਿੱਚ, ਚੰਗੇ ਹੋਰ ਢੰਗ ਤਰੀਕਿਆਂ ਵਿੱਚ ਪਾ ਨਹੀਂ ਸਕਦਾ। ਇਹ ਜਿਹੜੀ ਹੈ ਇਹ ਤਰਾਸਦੀ ਹੈ। ਇਸ ਕਰਕੇ ਇਹ ਜਿਹੜੀ ਹੈ ਆਉਣ ਵਾਲੇ ਸਮੇਂ ਵਿੱਚ ਇਹ ਸਾਰੀਆਂ ਚੀਜ਼ਾਂ ਹੋਣ ਵਾਲੀਆਂ ਨੇ ਔਰ ਹੋਣੀਆਂ ਚਾਹੀਦੀਆਂ ਨੇ।